ਪ੍ਰੋਗਰਾਮ 'ਚ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਹੈ ਡਾਕਟਰਸ ਡੇ, 1 ਜੁਲਾਈ ਦਾ ਦਿਨ, ਜੋ ਕਿ ਡਾਕਟਰਾਂ ਨੂੰ ਸਮਰਪਿਤ ਦਿਨ ਹੈ। ਪਰ ਅਸੀਂ ਤਾਂ ਡਾਕਟਰਸ ਨਾਲ ਰੋਜ਼ ਹੀ ਗੱਲ ਕਰਦੇ ਹਾਂ। ਸਾਡੀ ਜ਼ਿੰਦਗੀ 'ਚ ਕਿੰਨੀ ਇਨਵੋਲਵਮੈਂਟ ਹੈ। ਜਦੋਂ ਪੈਦਾ ਹੁੰਦੇ ਆ ਨਾ ਤਾਂ ਵੀ ਡਾਕਟਰ ਹੀ ਹੁੰਦਾ ਉੱਥੇ, ਜਦੋਂ ਥੋੜ੍ਹੇ ਬੜੇ ਹੁੰਦੇ ਆ ਤਾਂ ਵੀ ਉੱਥੇ ਡਾਕਟਰ ਹੁੰਦਾ ਹੈ, ਟੀਕੇ ਲਗਵਾਉਣ ਜਾਂਦੇ ਆ ਤਾਂ ਵੀ ਡਾਕਟਰ ਹੁੰਦਾ ਹੈ, ਜਦੋਂ ਅਸੀਂ ਕੋਈ ਬਿਮਾਰੀ ਨਾਲ ਪ੍ਰਭਾਵਿਤ ਹੁੰਦੇ ਹਾਂ ਜਾਂ ਵੈਕਸੀਨੇਸ਼ਨ ਕਰਾਉਣ ਜਾਂਦੇ ਹਾਂ ਤਾਂ ਵੀ ਡਾਕਟਰ ਹੁੰਦਾ। ਫਿਰ ਅਸੀਂ ਥੋੜ੍ਹੇ ਹੋਰ ਬੜੇ ਹੋ ਜਾਂਦੇ ਹਾਂ, ਬਹੁਤ ਸਾਰਾ ਖਾ ਪੀ ਕੇ ਕੋਈ ਨਾ ਕੋਈ ਬਿਮਾਰੀ ਪਾਲ ਲੈਂਦੇ ਹਾਂ, ਉਦੋਂ ਵੀ ਡਾਕਟਰ ਕੋਲ ਜਾਂਦੇ ਹਾਂ। ਇਹ ਵੀ ਹੁੰਦਾ ਕਿ ਨਵਾਂ ਪ੍ਰਾਣੀ ਸਾਡੇ ਘਰ ਆਉਣ ਵਾਲਾ ਹੁੰਦਾ ਤਾਂ ਵੀ ਡਾਕਟਰ ਹੁੰਦਾ, ਬੁੜੇ ਹੋ ਜਾਂਦੇ ਆ ਤਾਂ ਵੀ ਡਾਕਟਰ ਹੁੰਦਾ। ਮਤਲਬ ਡਾਕਟਰ ਇੱਕ ਅਜਿਹੀ ਚੀਜ਼ ਹੈ ਜਿਹੜਾ ਕਿ ਹਰ ਵੇਲੇ ਸਾਡੀ ਜ਼ਿੰਦਗੀ 'ਚ ਇੱਕ ਇੰਪੋਰਟੈਂਟ ਫੈਕਟਰ ਹੈ, ਜਿਸ ਦੇ ਨਾਲ ਅਸੀਂ ਬਹੁਤ ਵਧੀਆ ਜ਼ਿੰਦਗੀ ਜੀਂਦੇ ਹਾਂ। ਤਾਂ ਕਿਉਂ ਨਾ ਅੱਜ ਇਸ ਡਾਕਟਰਸ ਡੇ ਨੂੰ ਸਮਰਪਿਤ ਇਹ ਸਾਡਾ ਪ੍ਰੋਗਰਾਮ ਹੈ, ਇਸ ਦੇ ਵਿੱਚ ਅਸੀਂ ਇੱਕ ਡਾਕਟਰ ਨੂੰ ਹੀ ਇਨਵਾਈਟ ਕਰੀਏ ਅਤੇ ਉਹਨਾਂ ਤੋਂ ਪੁੱਛੀਏ। ਅੱਜ ਸਾਡੇ ਨਾਲ ਨੇ IMA ਦੇ ਪ੍ਰੈਜ਼ੀਡੈਂਟ ਡਾਕਟਰ ਅਜਾਤ ਸ਼ਤਰੂ ਕਪੂਰ, ਜੋ ਕਿ ਪਲਾਸਟਿਕ ਸਰਜਨ ਨੇ ਆਪ। ਅੱਜ ਦੇ ਖਾਸ ਦਿਨ 'ਚ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਔਰ ਡਾਕਟਰ ਸਾਹਿਬ, ਕੰਗ੍ਰੈਚੁਲੇਸ਼ਨਸ, ਟੂਡੇ ਇਜ਼ ਯੋਰ ਡੇ, ਲਿਟਰਲੀ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਦੱਸੋ ਫਿਰ ਕਿਵੇਂ ਲੱਗਦਾ ਹੈਗਾ ਤੁਹਾਨੂੰ ਕਿ ਅੱਜ ਮੇਰਾ ਦਿਨ, ਇਟ ਇਜ਼ ਲਿਟਰਲੀ ਕਿ ਤੁਹਾਡਾ ਬਰਥਡੇ ਹੈ, ਜਿਵੇਂ ਅੱਜ ਸਾਰੇ ਡਾਕਟਰਸ ਦਾ ਬਰਥਡੇ ਹੈ, ਕੁਛ ਇੱਦਾਂ ਦਾ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਡਾਕਟਰਸ ਡੇ ਦੇ ਪਿੱਛੇ? ਡਾਕਟਰਸ ਡੇ ਇਸ ਤਰ੍ਹਾਂ ਹੈ, ਡਾਕਟਰ BC ਰੋਏ ਉਹਨਾਂ ਦੀ ਬਰਥ ਐਨੀਵਰਸਰੀ ਐਂਡ ਡੈਥ ਐਨੀਵਰਸਰੀ ਇੰਸੀਡੈਂਟਲੀ ਸੇਮ ਡੇ ਫਾਲ ਕਰਦੀ ਹੈ, ਅਤੇ ਵਿਚ ਇਜ਼ 1 ਜੁਲਾਈ ਜੀ। ਸੋ ਉਹਨਾਂ ਦੀ ਯਾਦ ਦੇ ਵਿੱਚ IMA ਵੱਲੋਂ ਡਾਕਟਰਸ ਡੇ ਅਨਾਊਂਸ ਕੀਤਾ ਗਿਆ ਸੀ ਕਿ ਡਾਕਟਰਸ ਡੇ 1 ਜੁਲਾਈ ਨੂੰ ਮਨਾਇਆ ਜਾਏਗਾ। ਸੋ ਅਸੀਂ ਸਹੀ ਬੰਦੇ ਨੂੰ ਲੈ ਕੇ ਆਏ ਹਾਂ, ਸਹੀ ਡਾਕਟਰ ਨੂੰ ਲੈ ਕੇ ਆਏ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ, ਜੋ ਕਿ ਅੱਜ ਦੇ ਦਿਨ ਦੀ ਮਹਾਨਤਾ ਤਾਂ ਸਾਨੂੰ ਦੱਸ ਹੀ ਰਹੇ ਹਾਂ ਡਾਕਟਰ BC ਰੋਏ ਬਾਰੇ। ਅਤੇ ਇਸ ਤੋਂ ਇਲਾਵਾ ਉਹ IMA ਦੇ ਪ੍ਰੈਜ਼ੀਡੈਂਟ ਵੀ ਨੇ, ਅਤੇ ਇਸ ਲਈ ਵੀ ਸਰ ਤੁਸੀਂ ਪੰਜਾਬ ਚੈਪਟਰ ਦੇ ਹੋ ਕਿ ਆਲ ਓਵਰ ਇੰਡੀਆ? ਨਹੀਂ, ਮੈਂ ਪਟਿਆਲਾ ਦਾ ਜੀ, ਪਟਿਆਲਾ IMA ਬ੍ਰਾਂਚ ਜੀ ਪ੍ਰੈਜ਼ੀਡੈਂਟ। ਇਹ IMA ਜਿਹੜੀ ਬੋਡੀ ਹੈ, ਇਹ ਬੜੀਆਂ ਸਾਰੀਆਂ ਚੀਜ਼ਾਂ 'ਚ ਇਨਵੋਲਵ ਹੁੰਦੀ ਆ, ਔਰ ਬੜੀ ਵਾਰੀ ਸਾਰੇ ਡਾਕਟਰਸ ਇਕੱਠੇ ਹੋ ਕੇ ਇਹਦੇ ਬਾਰੇ ਗੱਲ ਵੀ ਕਰਦੇ ਆ, ਔਰ ਇਹਦੇ ਰਾਹੀਂ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ। IMA ਇਸ ਤਰ੍ਹਾਂ ਹੈ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਿੱਚ ਜਿਹੜੇ ਵੀ ਡਾਕਟਰਸ ਹੈ, ਜਿਹੜੇ MBBS, MS, MD, MCH, DM, ਮਤਲਬ ਬੇਸਿਕ ਕੁਆਲੀਫਿਕੇਸ਼ਨ MBBS ਤੋਂ, ਸੋ ਆਲ ਦ ਡਾਕਟਰਸ, ਪ੍ਰਾਈਵੇਟ ਭਾਵੇਂ ਗੌਰਮੈਂਟ, ਉਹ ਸਾਰੇ ਡਾਕਟਰਸ ਉਹ IMA ਦੇ ਮੈਂਬਰਸ ਬਣ ਸਕਦੇ ਹਨ। ਡਾਕਟਰ ਅਜਾਤ ਸ਼ਤਰੂ ਕਪੂਰ, ਅਸੀਂ ਵਾਪਸ ਆਉਂਦੇ ਹਾਂ ਡਾਕਟਰ BC ਰੋਏ 'ਤੇ। ਡਾਕਟਰ BC ਰੋਏ ਦੇ ਨਾਮ 'ਤੇ ਅਵਾਰਡ ਵੀ ਹੈ, ਤੁਸੀਂ ਸਾਰੇ ਰਿਸਰਚ ਕਰਦੇ ਹੋ ਉਹਦੇ 'ਤੇ। ਉਸ ਅਵਾਰਡ ਲਈ ਸਾਰੇ ਜਣੇ ਬੜੇ ਚਾਹਵਾਨ ਵੀ ਹੁੰਦੇ ਨੇ। ਤੁਹਾਡੇ ਰਜਿੰਦਰਾ ਮੈਡੀਕਲ ਕਾਲਜ 'ਚ ਬਹੁਤ ਸਾਰੇ ਡਾਕਟਰਸ ਨੇ ਜਿਨ੍ਹਾਂ ਕੋਲ ਡਾਕਟਰ BC ਰੋਏ ਅਵਾਰਡ ਵੀ ਹੈ, ਅਤੇ ਬੜੀ ਇਹ ਮਾਨਤਾ ਦੀ ਗੱਲ ਹੈ ਔਰ ਬੜੇ ਫਖਰ ਦੀ ਗੱਲ ਹੈ ਕਿ ਇਹ ਅਵਾਰਡ, ਇਹਦੇ ਲਈ ਐਫਰਟਸ ਵੀ ਬੜੇ ਨੇ। ਪਰ ਇੱਕ ਡਾਕਟਰ ਨੂੰ ਡਾਕਟਰ ਬਣਨ ਲਈ ਬੜਾ ਐਫਰਟ ਨਹੀਂ, ਲੱਕੀਲੀ ਮੇਰੇ ਨਾਲ ਇਸ ਤਰ੍ਹਾਂ ਨਹੀਂ ਹੋਇਆ। ਮੈਨੂੰ ਫਸਟ ਅਟੈਂਪਟ ਦੇ ਵਿੱਚ ਹੀ MBBS ਮਿਲ ਗਈ ਸੀ ਜੀ। MS ਸਰਜਰੀ ਵੀ ਪਹਿਲੀ ਵਾਰ 'ਚ ਹੀ ਮਿਲ ਗਈ ਸੀ। MCH ਪਲਾਸਟਿਕ ਸਰਜਰੀ ਵੀ ਰੱਬ ਦੀ ਦਇਆ ਨਾਲ ਪਹਿਲੀ ਵਾਰ 'ਚ ਹੀ ਮਿਲ ਗਈ ਸੀ। ਇਹ ਤਾਂ ਬ੍ਰਾਈਟ ਡਾਕਟਰਸ ਦੀ ਗੱਲ ਹੋ ਗਈ ਜਿਹੜੇ ਬਹੁਤ ਹੀ ਜ਼ਿਆਦਾ ਲਾਇਕ ਨੇ, ਔਰ ਅਮੰਗ ਫਸਟਸ ਵੀ ਹੋਣਗੇ ਤੁਸੀਂ, ਹੈ ਨਾ? ਮੈਂ ਪੰਜਾਬ ਟੌਪਰ ਸੀ ਜੀ PMT ਦੇ ਵਿੱਚ। ਦੇਖਿਆ ਸਰ ਜੀ, ਬੜਾ ਅੱਛਾ ਲੱਗ ਰਿਹਾ ਸਾਨੂੰ ਕਿ ਪੰਜਾਬ ਟੌਪਰ PMT ਸਾਡੇ ਨਾਲ ਨੇ। ਕਿਹੜੇ ਸਾਲ ਦੀ ਗੱਲ ਹੈ ਜੀ ਇਹ? 1989। ਤਾਂ ਡਾਕਟਰ ਸਾਹਿਬ, ਉਹ 89 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਹੈ, ਇਹ ਬਹੁਤ ਲੰਬਾ ਸਫ਼ਰ ਹੈ। ਇਸ 'ਚ ਤੁਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ, ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਤਬਦੀਲ ਕੀਤਾ, ਕਿਸੇ ਨੂੰ ਖੂਬਸੂਰਤ ਬਣਾਇਆ, ਕਿਸੇ ਦੀ ਹੋਰ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਸੋਲਵ ਕੀਤੀਆਂ, ਕਿਉਂਕਿ ਤੁਸੀਂ ਪਲਾਸਟਿਕ ਸਰਜਨ ਹੋ ਤਾਂ ਅਸੀਂ ਉਹ ਵਾਲੀ ਗੱਲ ਕਰ ਰਹੇ ਹਾਂ। ਬਹੁਤ ਸਾਰੀਆਂ ਲਾਈਵਸ ਵੀ ਸੇਵ ਕੀਤੀਆਂ ਹੋਣੀਆਂ ਬਿਫੋਰ ਬਿਕਮਿੰਗ ਅ ਪਲਾਸਟਿਕ ਸਰਜਨ। ਤਾਂ ਡਾਕਟਰ ਸਾਹਿਬ, ਤੁਸੀਂ ਕੀ ਦੇਖਦੇ ਹੋ ਸਾਰੇ ਲੋਕਾਂ ਨੂੰ, ਔਰ ਤੁਸੀਂ ਕੀ ਸਮੱਸਿਆਵਾਂ ਫੇਸ ਕਰਦੇ ਹੋ ਇਹ ਸਾਰੀਆਂ ਵੇਲੇ? ਦੋਨੋਂ ਚੀਜ਼ਾਂ ਦੱਸਿਓ ਕਿ ਤੁਸੀਂ ਪਹਿਲਾਂ ਸਾਡੇ ਵੱਲੋਂ ਕੀ ਦੇਖਦੇ ਹੋ ਕਿ ਅਸੀਂ ਕੀ ਕਰਦੇ ਹਾਂ, ਫਿਰ ਤੁਹਾਨੂੰ ਕੀ ਪ੍ਰੋਬਲਮਸ ਆਉਂਦੀਆਂ ਸਾਰੇ ਡਾਕਟਰਸ ਦੇ ਲਈ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਇਸ ਟਾਈਮ। MBBS ਕਰਨ ਤੋਂ ਬਾਅਦ ਮੈਂ MS ਜਨਰਲ ਸਰਜਰੀ ਕਰਕੇ ਅਤੇ PCMS ਵੀ ਕੀਤੀ ਹੈ, ਦੈਟ ਮੀਨਸ ਗਵਰਨਮੈਂਟ ਜੋਬ। ਸੋ ਆਲਮੋਸਟ 5 ਸਾਲ PCMS ਕਰਕੇ ਫਿਰ ਮੈਂ MCH ਕਰਨ ਗਿਆ, PGI ਪਲਾਸਟਿਕ ਸਰਜਰੀ। ਆਲਮੋਸਟ ਸੰਨ 2000 ਤੋਂ ਮੈਂ ਪੇਸ਼ੈਂਟਸ ਨਾਲ ਮੇਰਾ ਵਾਸਤਾ ਹੈ। ਹੁਣ 2022 ਹੈ, 22 ਸਾਲ ਦਾ। 22 ਸਾਲ। ਸੋ 22 ਸਾਲਾਂ ਦੇ ਵਿੱਚ ਬਹੁਤ ਡਿਫਰੈਂਸ ਹੋ ਗਿਆ। ਮੇਬੀ ਜਿਹੜਾ ਪੇਸ਼ੈਂਸ ਲੈਵਲ ਹੈ ਆਮ ਪਬਲਿਕ ਦਾ, ਇੰਕਲੂਡਿੰਗ ਪੇਸ਼ੈਂਟਸ, ਇੰਕਲੂਡਿੰਗ ਐਵਰੀਬਡੀ, ਪੇਸ਼ੈਂਸ ਲੈਵਲ ਬਹੁਤ ਘੱਟ ਗਿਆ ਹੈ। ਮੇਬੀ ਉਹੀ ਇੱਕ ਰੀਜ਼ਨ ਹੈ ਜਿਹੜਾ ਸਾਡਾ ਹੁਣ ਅੱਜ ਕੱਲ੍ਹ IMA ਦਾ ਮੇਨ ਮੁੱਦਾ ਹੈ, ਉਹ ਹੈ ਵਾਇਲੈਂਸ ਅਗੇਂਸਟ ਡਾਕਟਰਸ। ਤਾਂ ਸ਼ਾਇਦ ਇਹੀ ਹੈ ਵੀ ਜਿਹੜਾ ਵੀ ਪੇਸ਼ੈਂਟ ਆਉਂਦਾ ਉਹਨਾਂ ਨੂੰ ਹੁੰਦਾ ਵੀ ਪਹਿਲਾਂ ਮੈਨੂੰ ਦੇਖੋ। ਕਈ ਵਾਰ ਹੁੰਦਾ ਪੇਸ਼ੈਂਟ ਹੋਰ ਸੀਰੀਅਸ ਹੈ, ਪਹਿਲਾਂ ਆਪਾਂ ਉਹਨੂੰ ਦੇਖ ਰਹੇ ਹਾਂ। ਕੋਈ ਹੋਰ ਪੇਸ਼ੈਂਟ ਆ ਜਾਂਦਾ, ਉਹ ਕਹਿੰਦਾ ਪਹਿਲਾਂ ਮੈਨੂੰ ਕਿਉਂ ਨਹੀਂ ਦੇਖਿਆ ਜੀ। ਜਾਂ ਪੇਸ਼ੈਂਟ ਇੰਨਾ ਸੀਰੀਅਸ ਆਉਂਦਾ ਹੈ ਵੀ ਡਾਕਟਰ ਦੀ ਮੈਕਸਿਮਮ ਐਫਰਟ ਦੇ ਬਾਵਜੂਦ ਵੀ ਅਸੀਂ ਪੇਸ਼ੈਂਟ ਨੂੰ ਨਹੀਂ ਬਚਾ ਸਕਦੇ, ਅਤੇ ਉਸ ਸਿਨੈਰੀਓ ਦੇ ਵਿੱਚ ਵੀ ਜਿਹੜੇ ਪੇਸ਼ੈਂਟ ਦੇ ਰਿਲੇਟਿਵਸ ਨੇ ਉਹ ਵਾਇਲੈਂਟ ਹੋ ਜਾਂਦੇ ਹੈ। ਸੋ ਕਾਫੀ ਇੰਸੀਡੈਂਟਸ ਹੋ ਰਹੇ ਹੈ ਜਿਹਦੇ ਵਿੱਚ ਵਾਇਲੈਂਸ ਅਗੇਂਸਟ ਡਾਕਟਰਸ ਵਿੱਚ
ਕੁੱਟਮਾਰ ਤੋਂ ਲੈ ਕੇ ਹਸਪੀਟਲ ਪ੍ਰੋਪਰਟੀ ਡਿਸਟਰੋਏ ਕਰਨਾ। ਸੋ ਇਹ ਬਹੁਤ ਹੀ ਅਹਿਮ ਮੁੱਦਾ ਹੈ ਅਤੇ ਥੋੜ੍ਹਾ ਪੇਸ਼ੈਂਟ ਦੇ ਰਿਲੇਟਿਵਸ ਨੂੰ ਇੰਨਾ ਕੁ ਸੋਚਣਾ ਚਾਹੀਦਾ ਵੀ ਮੰਨਿਆ ਠੀਕ ਹੈ ਡਾਕਟਰ ਨੂੰ ਕਹਿੰਦਾ ਰੱਬ ਦਾ ਰੂਪ ਹੈ, ਪਰ ਰੱਬ ਦਾ ਰੂਪ ਹੈ, ਰੱਬ ਤਾਂ ਨਹੀਂ ਹੈ। ਅਸੀਂ ਕਹਿੰਦੇ ਹੁੰਦੇ ਹਾਂ ਵੀ ਜੇ ਇਸ ਤਰ੍ਹਾਂ ਹੀ ਹੋਵੇ ਤਾਂ ਫਿਰ ਤਾਂ ਡਾਕਟਰ ਦੀ ਫੈਮਿਲੀ ਦਾ ਤਾਂ ਕੋਈ ਬੰਦਾ ਡੈਥ ਹੋਵੇ ਹੀ ਨਾ। ਬਲਕਿ ਕਹਿੰਦੇ ਕਿ ਡਾਕਟਰ ਇਹੋ ਜਿਹਾ ਡਾਕਟਰ ਹੁੰਦਾ ਹੈ ਕਿ ਉਹ ਸਾਰਿਆਂ ਲਈ ਡਾਕਟਰ ਹੈ, ਆਪਣੀ ਫੈਮਿਲੀ ਲਈ ਉਹਦੇ ਕੋਲ ਕੋਈ ਟਾਈਮ ਨਹੀਂ ਅਤੇ ਉਹਨਾਂ ਲਈ ਕੋਈ ਡਾਕਟਰ ਨਹੀਂ ਆ। ਉਹ ਇਜ਼ ਇਟ ਟਰੂ ਕਿ ਟਾਈਮ ਹੀ ਨਹੀਂ ਹੁੰਦਾ ਡਾਕਟਰ? ਮੇਰੇ ਮਦਰ ਮੈਨੂੰ ਅਕਸਰ ਕਹਿੰਦੇ ਹੁੰਦੇ ਆ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਮੇਰੇ ਪੈਰ ਵਿੱਚ ਦਰਦ ਹੋ ਰਿਹਾ, ਅਤੇ ਮੈਂ ਕਹਿੰਦਾ ਅੱਛਾ ਮੈਂ ਮੰਮੀ ਭੇਜਦਾ ਮੈਡੀਸਨ ਹੁਣੀ ਭੇਜ ਦਿੰਦਾ, ਅਤੇ ਮੈਂ ਭੁੱਲ ਜਾਂਦਾ ਕਈ ਵਾਰ। ਅਤੇ ਕਹਿੰਦੇ ਆ ਫਿਰ ਬੇਟਾ ਮੈਂ ਤੇਰੇ ਕੋਲ OPD 'ਚ ਆਵਾਂ ਪਰਚੀ ਬਣਵਾ ਕੇ ਫਿਰ ਦਵਾਈ ਦੇਵੇਂਗਾ। ਅਤੇ ਓਬਵੀਅਸਲੀ ਬਿਕੋਜ਼ ਤੁਸੀਂ ਮਰੀਜ਼ਾਂ ਦੇ ਰੁਝੇਵੇਂ 'ਚ ਆਪਣੀ ਫੈਮਿਲੀ ਨੂੰ ਵੀ ਕਈ ਵਾਰ ਇਗਨੋਰ ਕਰ ਦਿੰਦੇ ਹੋ। ਡਾਕਟਰ ਹੈ ਆਪਣੀ ਫੈਮਿਲੀ ਲਈ ਘੱਟ ਡਾਕਟਰ ਹੈ, ਸਾਡੇ ਸਾਰਿਆਂ ਲਈ ਜ਼ਿਆਦਾ ਡਾਕਟਰ ਹੈ। ਪਰ ਫਿਰ ਵੀ ਜਿਵੇਂ ਤੁਸੀਂ ਕਿਹਾ ਕਿ ਪੇਸ਼ੈਂਸ ਲੈਵਲ ਘੱਟ ਹੁੰਦਾ ਹੈ, ਅਸੀਂ ਕਈ ਵਾਰੀ ਆਪ ਹੀ ਲੇਟ ਹੋ ਜਾਂਦੇ ਹਾਂ, ਮਰੀਜ਼ ਜਿਹੜਾ ਹੈਗਾ ਉੱਥੇ ਤੱਕ ਜਾਣ 'ਚ ਲੇਟ ਹੋ ਜਾਂਦਾ। ਅਤੇ ਕਈ ਵਾਰੀ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਰੱਬ ਤਾਂ ਨਹੀਂ ਹੋ, ਤੁਸੀਂ ਰੱਬ ਦੇ ਬੰਦੇ ਹੀ ਹੋ, ਉਹਦਾ ਕੰਮ ਕਰ ਰਹੇ ਹੋ, ਪਰ ਰੱਬ ਨਹੀਂ ਹੋ ਤੁਸੀਂ, ਇੱਕ ਸੋਲੇਸ ਪਹੁੰਚਾਉਣ ਵਾਲੇ ਬੰਦੇ ਹੋ ਕਿ ਥੋੜ੍ਹੀ ਸ਼ਫਾ ਹੱਥ ਦੇ ਵਿੱਚ ਹੈ ਤਾਂ ਜ਼ਿੰਦਗੀ ਜਿਹੜੀ ਹੈ ਬਿਹਤਰ ਹੈ। ਡਾਕਟਰ ਸਾਹਿਬ ਇਹ ਜਿਹੜੀ ਸਮੱਸਿਆ ਹੈ ਕਿ ਪੇਸ਼ੈਂਸ ਲੈਵਲ ਘੱਟ ਫਰੋਮ ਦਾ ਪੇਸ਼ੈਂਟਸ, ਇਹ ਵਾਲੀ ਸਮੱਸਿਆ ਬਾਰ-ਬਾਰ ਅਸੀਂ ਵੀ ਹਾਈਲਾਈਟ ਕਰਦੇ ਹਾਂ ਔਰ ਸਾਨੂੰ ਤਾਂ ਲੱਗਿਆ ਸੀਗਾ ਕਿ ਹੁਣ ਇੱਦਾਂ ਦੇ ਜਿਹੜੇ ਸਿਲਸਿਲੇ ਆ ਇਹ ਬਹੁਤ ਘੱਟ ਗਏ ਨੇ। ਇਸ ਤਰ੍ਹਾਂ ਹੈ ਦੇਖੋ ਲੱਕੀਲੀ ਪਟਿਆਲਾ ਬਹੁਤ ਪੀਸਫੁਲ ਹੈ ਇਸ ਪੁਆਇੰਟ ਆਫ ਵਿਊ ਨਾਲ ਜੇ ਆਪਾਂ ਗੱਲ ਕਰੀਏ ਵਾਇਲੈਂਸ ਅਗੇਂਸਟ ਡਾਕਟਰਸ ਵਾਲਾ ਜੇ ਮੁੱਦਾ ਲਈਏ ਤਾਂ ਪਟਿਆਲਾ ਪੀਸਫੁਲ ਹੈ। ਮੇਬੀ ਇਹ ਲਗਾ ਲਓ ਵੀ ਪਟਿਆਲਾ ਇਹੋ ਜਿਹਾ ਸ਼ਹਿਰ ਹੈ ਜਿਹਦੇ ਵਿੱਚ 1-to-1 ਇੰਟਰੈਕਸ਼ਨ ਹੈ। ਜਿਹੜੇ ਵੀ ਮੇਰੇ ਪੇਸ਼ੈਂਟਸ ਮੇਰੇ ਕੋਲ ਆਉਂਦੇ ਹਨ ਉਹ ਕੋਈ ਮੇਰਾ ਫਰੈਂਡ ਹੈ, ਕੋਈ ਮੇਰਾ ਰਿਲੇਟਿਵ ਹੈ, ਕੋਈ ਮੇਰੇ ਫਰੈਂਡ ਦਾ ਰਿਲੇਟਿਵ ਹੈ, ਕੋਈ ਮੇਰੇ ਰਿਲੇਟਿਵ ਦਾ ਫਰੈਂਡ ਹੈ। ਸੋ ਕਲੋਜ਼ ਸਰਕਲ ਦੇ ਹੁੰਦੇ ਆ ਜਿਹਨਾਂ ਨਾਲ ਪਰਸਨਲ ਇੰਟਰੈਕਸ਼ਨ ਹੈ। ਸੋ ਮੇਬੀ ਉਸ ਕੇਸ ਦੇ ਵਿੱਚ ਜੇ ਤੁਸੀਂ 1:1 ਪੇਸ਼ੈਂਟ ਨਾਲ ਕਨੈਕਟ ਕਰਦੇ ਹੋ ਤਾਂ ਇਹ ਵਾਇਲੈਂਸ ਅਗੇਂਸਟ ਡਾਕਟਰਸ ਵਾਲਾ ਜਿਹੜਾ ਹੈ ਇਹ ਮੁੱਦਾ ਡੈਫੀਨੇਟਲੀ ਸੋਲਵ ਕੀਤਾ ਜਾ ਸਕਦਾ ਹੈ। ਕਾਰਪੋਰੇਟ ਕਲਚਰ ਜਿਹੜੀ ਹੈ, ਕਾਰਪੋਰੇਟ ਕਲਚਰ ਦੇ ਵਿੱਚ ਮੇਬੀ ਇੰਟਰੈਕਸ਼ਨ ਘੱਟ ਹੁੰਦੀ ਹੈ। ਦੈਟ ਕੈਨ ਬੀ ਵਨ ਆਫ ਦਾ ਕਾਜ਼ਸ। IMM ਰਿਪਰੈਜ਼ੈਂਟਸ ਪ੍ਰਾਈਵੇਟ ਡਾਕਟਰਸ ਆਲਸੋ, ਸਿਰਫ ਇਹ ਗਵਰਨਮੈਂਟ ਡਾਕਟਰਸ ਦੀ ਗੱਲ ਨਹੀਂ ਹੈ। ਉਦੋਂ ਇਹ ਵੀ ਹੁੰਦਾ ਕਿ ਬੰਦੇ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਚਾਰਜਿਸ ਹੈ ਔਰ ਉਨੀ ਕੇਅਰ ਨਹੀਂ ਹੈ। ਈਵਨ ਇਫ ਯੂ ਗੋ ਦੇਅਰ, ਜਿਵੇਂ ਸਰਕਾਰੀ ਹੌਸਪੀਟਲਸ ਹੈ ਉਹਨਾਂ ਦੀ ਇਹ ਹੈ ਕਿ ਉੱਥੇ ਨਾ ਮੈਨੇਜਮੈਂਟ ਪ੍ਰੋਪਰ ਨਹੀਂ ਹੈ, ਡਾਕਟਰ ਤਾਂ ਠੀਕ ਹੈ। ਪ੍ਰਾਈਵੇਟ ਵਿੱਚ ਉਹਨਾਂ ਨੂੰ ਲੱਗਦਾ ਕਿ ਡਾਕਟਰ ਵਾਜ਼ ਕੇਅਰਲੈਸ ਕਿਉਂਕਿ ਡਾਕਟਰ ਕੋਲ ਦਾ ਇੱਕ ਡਾਕਟਰ ਹੈ, ਉਹ ਪੂਰਾ ਸਿਸਟਮ ਰਨ ਕਰ ਰਿਹਾ ਆਪਣਾ, ਪੇਸ਼ੈਂਟਸ ਵੀ ਸਭ ਕੁਛ ਵੀ। ਅਤੇ ਉਸ ਵੇਲੇ ਜੇ ਉਹਦੇ ਕੋਲ ਨਾਲ ਡਾਕਟਰਸ ਨਹੀਂ ਹੈ ਜਾਂ ਉਹ ਅਪ ਟੂ ਦਾ ਮਾਰਕ ਨਹੀਂ ਹੈ ਜਾਂ ਕੁਛ ਵੀ ਕਾਰਨ ਹੁੰਦਾ ਹੈ ਕਿ ਹਾਦਸਾ ਹੋ ਜਾਂਦਾ ਹੈ ਕਿਸੇ ਤਰ੍ਹਾਂ ਦਾ ਵੀ, ਤਾਂ ਉਦੋਂ ਪ੍ਰੋਬਲਮ ਆਉਂਦੀ ਹੈ। ਔਰ ਇੰਝ ਦੇਖਿਆ ਵੀ ਜਾਂਦਾ ਹੈ ਕਿ ਇਹ ਪ੍ਰਾਈਵੇਟ ਡਾਕਟਰ ਜਿਹੜਾ ਬੈਠਾ ਹੋਇਆ ਛਿੱਲ ਲਾਉਣ ਨੂੰ ਬੈਠਾ ਹੋਇਆ, ਦਿਸ ਇਜ਼ ਆਲਵੇਜ਼ ਅ ਪੇਸ਼ੈਂਟ ਫੀਲਿੰਗ। ਤਾਂ ਉਦੋਂ ਵੀ ਤਾਂ ਇਹ ਵੀ ਲੁੱਕ ਇਨ ਕਰਨ ਵਾਲੀ ਗੱਲ ਹੈ ਕਿ ਥੋੜ੍ਹਾ ਜਿਹਾ ਰੇਟਸ ਦਾ ਕੁਛ ਮੇਨਟੇਨੈਂਸ ਹੋਣੀ ਚਾਹੀਦੀ ਹੈ ਕਿ ਹਾਂ ਭਈ ਇੰਨੇ ਕੀ ਰੇਟ ਹੈ। ਤੁਸੀਂ ਆਪ ਹੀ ਦੇਖੋ, ਜੇ ਕੋਈ ਸੀਰੀਅਸਲੀ ਬਿਮਾਰ ਹੈ, ਸਪੋਜ਼ ਕਰੋ ਕਿਸੇ ਨੂੰ ਕੈਂਸਰ ਹੈ, ਉਹਦੀ ਡਾਕਟਰ ਦੀ ਵਿਜ਼ਿਟ ਹੀ 2,500 ਦੀ ਇੱਕ ਹੈ, ਜਿਸ 'ਚੋਂ ਡਾਕਟਰ ਤੁਹਾਨੂੰ 5-10 ਮਿੰਟ ਹੀ ਦੇ ਸਕਦਾ ਬਿਕੋਜ਼ ਨੰਬਰ ਆਫ ਪੇਸ਼ੈਂਟਸ ਹੀ ਇੰਨੇ ਜ਼ਿਆਦਾ ਹੈ। ਉਹ ਕਿੰਨੀ ਤੁਸੀਂ ਰੈਗੂਲਰ ਚੈੱਕਅਪ ਜਦੋਂ ਤੁਸੀਂ ਕਰਾਉਣ ਜਾਂਦੇ ਹੋ ਮੇ ਬੀ ਸਮਟਾਈਮਸ ਰਹਿ ਜਾਂਦੀਆਂ ਕੁਝ ਚੀਜ਼ਾਂ, ਉਹ ਫਿਰ ਉਦੋਂ ਬੰਦੇ ਨੂੰ ਲੱਗਦਾ ਮੈਂ ਇੰਨਾ ਮਹਿੰਗਾ ਡਾਕਟਰ ਲੈ ਕੇ ਜਾ ਰਿਹਾ ਤਾਂ ਮੈਨੂੰ ਨਹੀਂ ਉਹਨੇ ਟਾਈਮ ਦਿੱਤਾ, ਇੰਝ ਫੀਲ ਹੁੰਦਾ। ਕਈ ਵਾਰੀ ਇਹ ਵੀ ਹੁੰਦਾ ਕਿ ਯੰਗ ਡਾਕਟਰਸ ਹੈ, ਥੋੜ੍ਹੀ ਜਿਹੀ ਨੈਗਲੀਜੈਂਸ ਵੀ ਹੋ ਜਾਂਦੀ ਹੈ ਉਹਨਾਂ ਕੋਲੋਂ। ਔਰ ਜਿਹੜੀ ਡਾਕਟਰ ਦੀ ਨੈਗਲੀਜੈਂਸ ਹੈ ਨਾ, ਅਨਫੋਰਚੂਨੇਟਲੀ ਉਹ ਸਾਡੇ ਵਾਂਗੂ ਅਸੀਂ ਤਾਂ ਸੌਰੀ ਕਹਿ ਕੇ ਵੀ ਕਈ ਵਾਰੀ ਚਲਾ ਲੈਂਦੇ ਹਾਂ। ਵੈਸੇ ਤਾਂ AIR 'ਚ ਵੀ ਮੰਨਿਆ ਜਾਂਦਾ ਕਿ ਸੌਰੀ ਇਜ਼ ਨੋਟ ਦਾ ਵਰਡ, ਤੁਹਾਨੂੰ ਪ੍ਰੋਪਰ ਹੀ ਰਹਿਣਾ ਪੈਂਦਾ ਸਹੀ। ਉਵੇਂ ਡਾਕਟਰਸ ਲਈ ਵੀ ਇਹੀ ਹੈ। ਐਕਚੁਅਲੀ ਇੱਕ ਨਾ ਬੜੇ ਵੱਡਾ ਬਹੁਤ ਇੰਪੋਰਟੈਂਟ ਡਿਫਰੈਂਸ਼ੀਏਟਿੰਗ ਫੈਕਟਰ ਹੈ ਨੈਗਲੀਜੈਂਸ ਵਰਸਸ ਕੰਪਲੀਕੇਸ਼ਨ। ਨੈਗਲੀਜੈਂਸ ਇਹ ਹੈ ਵੀ ਪੇਸ਼ੈਂਟ ਦੀ ਰਾਈਟ ਲੈਗ ਦਾ ਆਪਰੇਟ ਕਰਨਾ ਸੀ ਅਤੇ ਮੈਂ ਲੈਫਟ ਲੈਗ ਦਾ ਆਪਰੇਟ ਕਰ ਦਿੱਤਾ, ਉਹ ਨੈਗਲੀਜੈਂਸ ਹੈ। ਉਹਦੇ ਚਾਂਸਿਸ ਰਿਲੇਟਿਵਲੀ ਘੱਟ ਹੁੰਦੇ ਹੈ। ਇੱਕ ਹੁੰਦਾ ਕੰਪਲੀਕੇਸ਼ਨ, ਵੀ ਆਪਰੇਟ ਕੀਤਾ ਹੈ ਤਾਂ ਇਨਫੈਕਸ਼ਨ ਦਾ ਰਿਸਕ ਹੈ, ਬਲੀਡਿੰਗ ਦਾ ਰਿਸਕ ਹੈ। ਹਾਰਟ ਪੇਸ਼ੈਂਟ ਹੈ ਕੋਈ, ਕਾਰਡਿਕ ਪੇਸ਼ੈਂਟ, ਉਹਦੀ ਸਰਜਰੀ ਕਰ ਰਹੇ ਹੈ ਤਾਂ ਉਹਨੂੰ ਕੰਪਲੀਕੇਸ਼ਨਸ ਵੱਧ ਆਉਣਗੀਆਂ। ਈਵਨ ਔਨ ਟੇਬਲ ਜਾਂ ਮੇਬੀ ਆਫਟਰ ਦੈਟ ਜੇ ਕੰਪਲੀਕੇਸ਼ਨ ਆਉਂਦੀ ਹੈ ਡੈਥ ਦੇ ਵੀ ਚਾਂਸਿਸ ਹੁੰਦੇ ਹੈ। ਸੋ ਇਹ ਕੰਪਲੀਕੇਸ਼ਨ ਵਰਡ ਨੂੰ ਵੀ ਲੋਕੀ ਨੈਗਲੀਜੈਂਸ ਹੀ ਸਮਝਣ ਲੱਗ ਗਏ। ਹੁਣ ਸਿਜ਼ੇਰੀਅਨ ਤੋਂ ਬਾਅਦ ਜੇ ਕਿਸੇ ਨੂੰ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਬਲੀਡਿੰਗ ਜ਼ਿਆਦਾ ਹੋ ਗਈ, ਹਿਸਟੈਕਟਮੀ ਕਰਨੀ ਪੈ ਗਈ, ਰੈਫਰ ਕਰਨਾ ਪੈ ਗਿਆ, ਤਾਂ ਇਹਨੂੰ ਵੀ ਉਹ ਨੈਗਲੀਜੈਂਸ ਵਿੱਚ ਹੀ ਕਾਊਂਟ ਕਰਨ ਲੱਗ ਗਏ, ਜਦਕਿ ਇਹ ਨੈਗਲੀਜੈਂਸ ਨਹੀਂ ਹੈ, ਇਹ ਨੋਨ ਕੰਪਲੀਕੇਸ਼ਨ ਹੈ। ਨੈਗਲੀਜੈਂਸ ਮੈਂ ਤੁਹਾਨੂੰ ਦੱਸਿਆ ਜਿਵੇਂ ਰਾਈਟ ਆਈ ਦਾ ਆਪਰੇਟ ਕਰਨਾ ਸੀ, ਲੈਫਟ ਆਈ ਦਾ ਆਪਰੇਟ ਕਰ ਦਿੱਤਾ, ਸੋ ਦਿਸ ਇਜ਼ ਨੈਗਲੀਜੈਂਸ। ਸੋ ਜਿਹੜੇ ਕੰਪਲੀਕੇਸ਼ਨਸ ਜਿਹੜੀਆਂ ਐਕਸਪੈਕਟਡ ਜਾਂ ਅਨਐਕਸਪੈਕਟਡ ਹੈ ਉਹਨਾਂ ਦੇ ਉੱਤੇ ਵੀ ਪੇਸ਼ੈਂਟ ਜਿਹੜੇ ਆ ਭੜਕ ਜਾਂਦੇ ਹੈ, ਪੇਸ਼ੈਂਟ ਅਤੇ ਪੇਸ਼ੈਂਟ ਦੇ ਰਿਲੇਟਿਵਸ ਵੀ ਆਹ ਕਿਵੇਂ ਹੋ ਗਿਆ, ਜਦਕਿ ਆਹ ਕਿਵੇਂ ਹੋ ਗਿਆ ਬੁੱਕਸ ਵਿੱਚ ਵੀ ਮੈਂਸ਼ਨਡ ਹੈ ਵੀ ਇਸ ਤਰ੍ਹਾਂ ਹੋ ਸਕਦਾ ਹੈ ਅਤੇ ਪੇਸ਼ੈਂਟ ਨੂੰ ਐਕਸਪਲੇਨ ਵੀ ਕੀਤਾ ਜਾਂਦਾ ਵੀ ਇਹ ਚਾਂਸਿਸ ਹੈ,
ਪਰ ਜਦੋਂ ਕੰਪਲਿਕੇਸ਼ਨ ਹੁੰਦੀ ਹੈ ਤਾਂ ਉਹ ਨਹੀਂ ਐਕਸੈਪਟ ਕਰਦੇ ਇਸ ਚੀਜ਼ ਨੂੰ ਵੀ ਇਹ ਕੰਪਲਿਕੇਸ਼ਨ ਕਿਵੇਂ ਹੋ ਗਈ। ਇਹ ਜਿਹੜੀ ਗੱਲ ਹੈ ਕਿ ਥੋੜ੍ਹੀ ਜਿਹੀ ਨੈਗਲੀਜੈਂਸ ਕੰਪਲਿਕੇਸ਼ਨ ਦੀ ਗੱਲ ਤਾਂ ਹੈਗੀ ਆ, ਪਰ ਇੱਦਾਂ ਵੀ ਹੈ ਕਿ ਬਹੁਤ ਸਾਰੇ ਮੈਡੀਕਲ ਜਿਹੜੀਆਂ ਰੈਫਰੈਂਸਿਸ ਆ ਉਹਨਾਂ 'ਤੇ ਲਿਖਿਆ ਹੁੰਦਾ, ਜਿਵੇਂ ਕਿ ਤੁਹਾਡੀ ਸਲਿੱਪ ਬਣੀ ਦਿਸ ਇਜ਼ ਨਾਟ ਫॉर ਮੈਡੀਕਲ ਲੀਗਲ ਪਰਪਜ਼ ਜਾਂ ਕੁਛ ਇੱਦਾਂ ਦੇ। ਈਵਨ ਡਾਕਟਰਸ ਵੀ ਤਿਆਰ ਹੁੰਦੇ ਕਿ ਜੇ ਸਾਡੇ 'ਤੇ ਇੰਝ ਕੁਛ ਲੀਗਲ ਪ੍ਰੋਸੀਜਰਸ ਹੋ ਸਕਦੇ ਆ। ਜਿਹੜਾ ਮੈਂ ਡਿਫਰੈਂਸ ਕਹਿ ਰਿਹਾ ਸੀ ਨਾ ਸਨ 2000 ਤੋਂ 2022 ਇਹੀ ਡਿਫਰੈਂਸ ਹੈ। ਅੱਛਾ ਜੀ, ਕਿ ਹੁਣ ਡਾਕਟਰ ਸਨ 2000 ਦੇ ਵਿੱਚ ਮੈਂ ਪੋਸਟਡ ਸੀ ਭਾਦਸੋਂ। ਹਜੇ ਵੀ ਮੇਰਾ ਕਾਫੀ ਤਾਲੁਕ ਹੈ ਭਾਦਸੋਂ ਦੇ ਪੇਸ਼ੈਂਟਸ ਨਾਲ, ਉੱਥੇ ਦੀ ਫੈਮਿਲੀਜ਼ ਨਾਲ, ਉਹ ਮੇਰੇ ਬਿਲਕੁਲ ਪਰਿਵਾਰਕ ਸੰਬੰਧ ਹੈ ਉਹਨਾਂ ਨਾਲ। ਸੋ ਉਸ ਟਾਈਮ 'ਤੇ 2000 ਦੇ ਵਿੱਚ ਪੇਸ਼ੈਂਟਸ ਜਿਹੜੇ ਆਉਂਦੇ ਸੀ ਉਹ ਆ ਕੇ ਕਹਿੰਦੇ ਸੀ ਸਾਡਾ ਪੇਸ਼ੈਂਟ ਆ ਰਿਹਾ ਡਾਕਟਰ ਸਾਹਿਬ, ਸਾਡਾ ਪੇਸ਼ੈਂਟ, ਇਹਨੂੰ ਠੀਕ ਕਰ ਦਿਓ। ਕੋਈ ਸਵਾਲ ਜਵਾਬ ਨਹੀਂ ਕਰਦੇ ਸੀ। ਹੁਣ ਪੇਸ਼ੈਂਟ ਪਹਿਲਾਂ ਤਾਂ ਫ਼ੋਨ 'ਤੇ ਕਾਫੀ ਸਵਾਲ ਪੁੱਛਦੇ ਹੈ, ਫਿਰ ਵਟਸਐਪ 'ਤੇ ਚੈਟ ਕਰਦੇ ਹੈ, ਫਿਰ ਵਿੰਡੋ ਸ਼ਾਪਿੰਗ ਕਰਦੇ ਹੈ ਵੀ ਕਿੱਥੋਂ ਇਲਾਜ ਸਸਤਾ ਹੋਊਗਾ। ਵਧੀਆ ਮੇ ਬੀ ਨਾ ਕੰਸੀਡਰ ਕਰਦੇ ਹੋਣ ਪਰ ਸਸਤਾ ਜ਼ਰੂਰ ਕੰਸੀਡਰ ਕਰ ਲੈਂਦੇ ਆ। ਫਿਰ ਆ ਕੇ ਵੀ ਉਹਨਾਂ ਨੇ ਪੂਰੀ ਇੰਟਰਵਿਊ ਲੈਣੀ ਹੈ, ਪੂਰੇ ਸਵਾਲ ਪੁੱਛਣੇ, ਠੀਕ ਹੈ, ਉਹਨਾਂ ਦਾ ਹੱਕ ਹੈ, ਸਾਡਾ ਫਰਜ਼ ਹੈ ਜਵਾਬ ਦੇਣਾ, ਉਹਨਾਂ ਦਾ ਹੱਕ ਹੈ ਸਵਾਲ ਪੁੱਛਣਾ। ਪਰ ਉਹ ਗੂਗਲ ਤੋਂ ਪੜ੍ਹ ਕੇ ਆਉਂਦੇ ਆ। ਗੂਗਲ ਨੌਲੇਜ ਨੂੰ ਜਿਹੜਾ ਹੈ ਉਹਦੇ ਬੇਸਿਸ 'ਤੇ ਉਹ ਫਿਰ ਡਾਕਟਰਸ ਨੂੰ ਅਸੈਸ ਕਰਦੇ ਆ। ਨਹੀਂ, ਦੈਟ ਇਜ਼ ਟਰੂ ਕਿ ਸੋ ਦਿਸ ਇਜ਼ ਰੀਜ਼ਨ ਐਕਸਪੈਕਟੇਸ਼ਨ ਲੈਵਲਸ ਬਹੁਤ ਜ਼ਿਆਦਾ ਵੱਧ ਗਏ ਹੈ। ਹਾਂ, ਹੁਣ ਕੈਂਸਰ ਪੇਸ਼ੈਂਟ, ਟਰਮੀਨਲੀ ਇਲ ਪੇਸ਼ੈਂਟ, ਹੁਣ 80 ਈਅਰਸ ਪੇਸ਼ੈਂਟ ਹੈ ਜੀ ਜਿਹਦੇ ਕਿਡਨੀ ਫੇਲਰ ਹੈ, ਲਿਵਰ ਦੇ ਵਿੱਚ ਉਹਦੇ ਸੈਕੰਡਰੀਜ਼ ਪਹੁੰਚ ਚੁੱਕੀਆਂ, ਵੈਂਟੀਲੇਟਰ 'ਤੇ ਉਹਨੂੰ ਪਾਉਣਾ ਪੈ ਗਿਆ, ਤਾਂ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਜੀ ਵੀ ਪੈਸੇ ਕਮਾਉਣ ਲਈ ਵੈਂਟੀਲੇਟਰ 'ਤੇ ਪਾ ਲਿਆ। ਡਾਕਟਰ ਸਾਹਿਬ ਕੋਈ ਮਿਆਦ ਹੋਣੀ ਚਾਹੀਦੀ ਹੈ ਫਿਰ, ਕਿਉਂਕਿ ਕਈ ਵਾਰੀ ਹੁੰਦਾ ਜਿਵੇਂ ਸ਼ੂਗਰ ਪੇਸ਼ੈਂਟਸ ਹੈ ਉਹ ਬਹੁਤ ਜਲਦੀ ਵੈਂਟੀਲੇਟਰ 'ਤੇ ਪਹੁੰਚ ਜਾਂਦੇ, ਉਹਨਾਂ ਦੇ ਆਰਗਨ ਫੇਲੀਅਰਸ ਹੋ ਗਏ। ਇਵੈਂਚੁਅਲੀ ਵੈਂਟੀਲੇਟਰ ਇਜ਼ ਵਨ ਆਸਪੈਕਟ ਕਿ ਤੁਸੀਂ ਇਹਨੂੰ ਇੰਝ ਨਾ ਸਮਝਿਆ ਜਾਏ ਕਿ ਓਪੀਨੀਅਨ ਵਗੈਰਾ, ਸਿਰਫ ਇਹ ਡਿਸਕਸ਼ਨ ਦੇ ਮੁੱਦੇ ਦੇ ਤੌਰ 'ਤੇ ਹੈ ਕਿ ਇਜ਼ ਵੈਂਟੀਲੇਟਰ ਫॉर ਅ ਵੈਰੀ ਲੌਂਗ ਟਾਈਮ ਕਿ ਥੋੜ੍ਹੇ ਟਾਈਮ ਲਈ ਹੈ। ਕਿਉਂਕਿ ਜਦੋਂ ਵੈਂਟੀਲੇਟਰ 10 15 20 ਦਿਨ ਤੋਂ ਜ਼ਿਆਦਾ ਚੱਲਦਾ ਹੈ ਨਾ, ਫਿਰ ਹਰ ਜਣੇ ਨੂੰ ਲੱਗਦਾ ਇਟ ਪੁਲਸ ਆਊਟ ਲੋਟ ਆਫ ਮਨੀ, ਤਾਂ ਫਿਰ ਹਰ ਜਣੇ ਨੂੰ ਲੱਗਦਾ ਕਿ ਮੈਂ ਤਾਂ ਅਫੋਰਡ ਨਹੀਂ ਕਰ ਸਕਦਾ ਅਤੇ ਕਿਉਂ ਆਪਾਂ ਕਰ ਰਹੇ ਹਾਂ। ਹਾਂ, ਅਫੋਰਡੇਬਿਲਟੀ ਇਸ਼ੂ ਹੈ। ਉਹ ਪੇਸ਼ੈਂਟ ਦੇ ਰਿਲੇਟਿਵਸ ਨਾਲ ਪਹਿਲਾਂ ਹੀ ਕਾਊਂਸਲ ਕਰਦੇ ਹੈ ਵੀ ਪੇਸ਼ੈਂਟ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ, ਤੁਸੀਂ ਚਾਹੁੰਦੇ ਹੋ ਵੈਂਟੀਲੇਟਰ 'ਤੇ ਪਾਉਣਾ ਕਿ ਨਹੀਂ ਚਾਹੁੰਦੇ। ਸੋ ਜੋ ਵੀ ਹੁੰਦਾ ਹੈ ਉਹ ਪੇਸ਼ੈਂਟ ਦੇ ਰਿਲੇਟਿਵਸ ਦੀ ਸਹਿਮਤੀ ਨਾਲ ਹੀ ਹੁੰਦਾ, ਕੰਸੈਂਟ ਫਾਰਮ ਸਾਈਨ ਹੋ ਕੇ ਡਿਸਕਸ਼ਨ ਦੇ ਨਾਲ। ਪਰ ਅਲਟੀਮੇਟਲੀ ਜਦੋਂ ਬਿੱਲ ਆਉਂਦਾ ਹੈ ਅਤੇ ਆਊਟਕਮ ਅੱਛੀ ਨਹੀਂ ਹੁੰਦੀ, ਉਦੋਂ ਮੇਬੀ ਜਿਹੜਾ ਹੈ ਕਨਫਲਿਕਟ ਸ਼ੁਰੂ ਹੁੰਦੀ ਹੈ ਕਿ ਜ਼ਿਆਦਾ ਟਾਈਮ ਰੱਖਿਆ ਜਾਂ ਕੁਛ ਇੱਦਾਂ ਦਾ। ਕਿਉਂਕਿ ਹਰ ਬੰਦੇ ਨੂੰ ਐਵੇਂ ਫੀਲ ਹੁੰਦਾ ਹੈ, ਔਰ ਬਹੁਤ ਵਾਰੀ ਜਿਹੜੇ ਲੋਕ ਹੈ ਉਹ ਭੁਗਤ ਭੋਗੀ ਵੀ ਨੇ ਕਿ ਅੰਦਰ ਡੈਡ ਬੋਡੀ ਪਈ ਹੋਈ ਹੈ, ਦੇ ਆਰ ਆਸਕਿੰਗ ਫॉर ਬਿੱਲ। ਉਦੋਂ ਕੁਝ ਹਰ ਬੰਦਾ ਉਮੀਦ ਕਰਦਾ ਹੈ, ਕਿਉਂਕਿ ਤੁਸੀਂ IMA ਦੇ ਪ੍ਰੈਜ਼ੀਡੈਂਟ ਹੋ, ਇਹ ਵਾਲੇ ਕੁਐਸਚਨਸ ਤੁਸੀਂ ਵੀ ਰੇਜ਼ ਕਰੋਗੇ। ਇੱਕ ਆਮ ਬੰਦਾ ਇਹ ਵੀ ਸੋਚਦਾ ਕਿ ਜਦੋਂ ਬੰਦਾ ਹੀ ਨਹੀਂ ਰਿਹਾ ਤੁਸੀਂ ਹੁਣ ਲਾਸਟ ਵੈਸੇ ਡਾਕਟਰਸ ਜਿਹੜੇ ਹੈ ਨਾ ਜੀ, ਡਾਕਟਰ ਇੱਕ ਐਸਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਵਿਦਾਊਟ ਫੀਸ ਹਰ ਡਾਕਟਰ ਦੇਖਦਾ ਹੈ ਜੀ। ਕੋਈ ਫਰੈਂਡ, ਕੋਈ ਪੜੋਸੀ, ਕੋਈ ਰਿਸ਼ਤੇਦਾਰ, ਕੋਈ ਹਲਕੀ ਫੁਲਕੀ ਸਿਫਾਰਿਸ਼, ਫੀਸ ਨਹੀਂ ਲਿੱਤੀ ਜਾਂਦੀ। ਨਹੀਂ ਲਿੱਤੀ, ਪ੍ਰਾਈਵੇਟ ਦੀ ਗੱਲ ਕਰ ਰਹੇ ਹਾਂ ਮੈਂ ਜੀ। ਬਿਲਕੁਲ ਬਿਲਕੁਲ। ਅਤੇ ਜੇ ਕੋਈ ਸਰਜਰੀ ਵੀ ਕਰਨੀ ਹੈ, ਆ ਕੇ ਕਿਸੇ ਨੇ ਸਿਫਾਰਿਸ਼ ਕਰ ਦਿੱਤੀ, ਹੁਣ ਤੁਸੀਂ ਮੈਨੂੰ ਫੋਨ ਕਰ ਦਿੱਤਾ ਵੀ ਸਰ ਮੇਰੀ ਮੇਡ ਆ ਰਹੀ ਹੈ ਤੁਹਾਡੇ ਕੋਲ, ਉਹਦੇ ਚੋਟ ਲੱਗੀ ਹੈ, ਉਹਦੀ ਡਰੈਸਿੰਗ ਕਰ ਦਿਓ, ਅਤੇ ਹੋ ਸਕਦਾ ਮੈਂ ਪੱਟੀ ਕਰਾਂ ਅਤੇ ਉਹ 'ਤੇ ਕੋਈ ਚਾਰਜਿਸ ਨਾ ਲਵਾਂ, ਪਲੱਸ ਉਹਨੂੰ ਮੈਡੀਸਨ ਵੀ ਕੋਈ ਸੈਂਪਲ ਜਾਂ ਕੋਈ ਮੈਡੀਸਨ ਆਪਣੇ ਕੋਲੋਂ ਵੀ ਦੇ ਦੇਵਾਂ। ਸੋ ਇਹ ਚੀਜ਼ਾਂ ਨੂੰ ਹਾਈਲਾਈਟ ਕਰਨਾ ਬਹੁਤ ਜ਼ਰੂਰੀ ਹੈ ਵੀ ਜਿੰਨੀ ਚੈਰਿਟੀ ਡਾਕਟਰਸ ਕਰਦੇ ਹੈ ਉਨੀ ਚੈਰਿਟੀ ਸ਼ਾਇਦ ਕੋਈ ਨਹੀਂ ਕਰ ਸਕਦਾ। ਆਪਾਂ ਜੇ ਬਾਜ਼ਾਰ ਜਾਈਏ ਕੋਈ ਸਮਾਨ ਲੈਣ ਲਈ, ਆਪਾਂ ਪਾਈਆ ਚੀਨੀ ਵੀ ਲਈਏ ਜਾਂ ਇੱਕ ਬਿਸਕਿਟ ਦਾ ਪੈਕੇਟ ਵੀ ਲਈਏ, ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਨੂੰ ਫ੍ਰੀ ਦਊਗਾ, ਉਹਨੇ ਆਪਣੇ ਪੈਸੇ ਲੈਣੇ ਹੈ। ਸੋ ਡਾਕਟਰ ਦੀ, ਜੇ ਕਿਸੇ ਡਾਕਟਰ ਦੀ ਫੀਸ 100 ਰੁਪਇਆ ਜਾਂ 500 ਰੁਪਇਆ ਫੀਸ ਹੈ, ਉਹਨੇ ਦਿਨ ਦੇ ਵਿੱਚ 5 ਮਰੀਜ਼ ਦੇਖੇ ਜਿਹੜੇ ਉਹਦੀ ਜਾਣ ਪਹਿਚਾਣ ਦੇ ਸੀ, ਤਾਂ ਤੁਸੀਂ ਕੈਲਕੂਲੇਟ ਕਰ ਲਓ ਵੀ ਉਹ ਮਹੀਨੇ ਦੇ ਵਿੱਚ ਕਿੰਨੀ ਚੈਰਿਟੀ ਕਰ ਰਿਹਾ ਹੈ, ਸਾਲ ਦੇ ਵਿੱਚ ਕਿੰਨੀ ਕਰ ਰਿਹਾ ਹੈ, ਅਤੇ ਲਾਈਫ ਟਾਈਮ ਦੇ ਵਿੱਚ ਕਿੰਨੀ ਚੈਰਿਟੀ ਕਰ ਰਹੇ ਹੈ। ਨਹੀਂ, ਬਿਲਕੁਲ ਗੱਲ ਥੋੜ੍ਹੀ ਸਹੀ ਹੈ, ਕਿਉਂਕਿ ਮੈਨੂੰ ਇਸ ਲਈ ਪਤਾ ਹੈ ਕਿ ਮੇਰੇ ਆਪਣੇ ਕਈ ਫਰੈਂਡ ਸੀਗੇ ਜਿਹੜੇ ਕਿ MBBS ਕਰ ਰਹੇ ਸੀਗੇ ਜਦੋਂ ਅਸੀਂ ਵੀ ਪੜ੍ਹਦੇ ਹੁੰਦੇ ਸੀਗੇ, ਔਰ ਉਹਨਾਂ ਨੇ ਸਾਰਿਆਂ ਨੇ ਕਿਵੇਂ ਕਰਨਾ, ਇੱਥੇ ਰਜਿੰਦਰਾ ਮੈਡੀਕਲ ਕਾਲਜ ਦੀ ਗੱਲ ਕਰ ਰਹੀ ਹਾਂ, ਦੇ ਯੂਜ਼ ਟੂ ਕਲੈਕਟ ਮਨੀ ਕਿ ਇਹ ਗਰੀਬ ਪੇਸ਼ੈਂਟ ਹੈ, ਇਹਦੇ ਕੋਲ ਇਹ ਫੈਸਿਲਿਟੀਜ਼ ਨਹੀਂ ਹੈ ਉਦੋਂ। ਪਰ ਉਸ ਵੇਲੇ ਉਹ ਸਾਰੇ ਬੱਚੇ ਜਿਹੜੇ ਕਿ ਪੜ੍ਹ ਰਹੇ ਹੁੰਦੇ ਸੀਗੇ, ਦੇ ਯੂਜ਼ ਟੂ ਕਲੈਕਟ ਮਨੀ ਕਿ ਨਹੀਂ ਇਹਨੂੰ ਇਹਦਾ IV ਸੈੱਟ ਲੈ ਦਿਓ, ਇਹਨੂੰ ਆਹ ਪ੍ਰੋਵਾਈਡ ਕਰ ਦਿਓ, ਗਲੂਕੋਜ਼ ਦੀਆਂ ਬੋਟਲਸ ਦੇ ਦਿਓ, ਕਿਉਂਕਿ ਇੰਨੀਆਂ ਫੈਸਿਲਿਟੀਜ਼ ਨਹੀਂ ਸੀਗੀਆਂ। ਨਾਓ ਦਾ ਥਿੰਗਸ ਆਰ ਡਿਫਰੈਂਟ। ਪਰ ਹੁਣ ਤੁਸੀਂ ਇੱਦਾਂ ਦੇ ਹੋਸਪਿਟਲਸ ਵੀ ਤਾਂ ਦੇਖਦੇ ਹੋ ਕਿ ਤੁਸੀਂ ਉੱਥੇ ਅੰਦਰ ਐਂਟਰ ਕਰਦੇ ਹੋ, ਸਾਰੀ ਲੁੱਕ ਆਫਟਰ ਵੀ ਤੁਹਾਡੀ ਹੋਸਪਿਟਲ ਸਟਾਫ ਹੀ ਕਰ ਰਿਹਾ, ਔਰ ਤੁਸੀਂ ਠੀਕ ਹੋ ਕੇ ਬਾਹਰ ਨਿਕਲਦੇ ਹੋ। ਅਜਿਹੇ ਹੋਸਪਿਟਲਸ ਵੀ ਨੇ
ਇਹ ਦੋਨੋਂ ਗੱਲਾਂ ਸਹੀ ਨੇ ਕਿ ਡਾਕਟਰ ਚੈਰਿਟੀ ਵੀ ਕਰ ਰਿਹਾ, ਪਰ ਇਹ ਵੀ ਹੈ ਕਿ ਜਦੋਂ ਪੈਸੇ ਲੈਂਦਾ ਤਾਂ ਸਾਰੇ ਇਟ ਇਜ਼ ਅ ਬਿਗ ਮੈਂ ਪਿੰਚ ਪਹਿਲਾਂ ਹੀ ਕਿਹਾ ਜੀ ਵੀ ਆਲਸੋ। ਜਿਹੜੀ ਕਾਰਪੋਰੇਟ ਕਲਚਰ ਹੈ ਨਾ, ਕਾਰਪੋਰੇਟ ਕਲਚਰ ਨੇ ਮੇਬੀ ਥੋੜੀ ਜੀ ਇਮੇਜ ਜਿਹੜੀ ਡਾਕਟਰਸ ਦੀ ਹੈ ਉਹ ਖਰਾਬ ਕੀਤੀ ਹੈ, ਬਿਕੋਜ਼ ਕਾਰਪੋਰੇਟ ਕਲਚਰ ਦੇ ਵਿੱਚ ਕੀ ਹੈ, ਪਰ ਦੂਸਰੇ ਇਹ ਵੀ ਤਾਂ ਦੇਖੋ ਨਾ ਜੀ, ਫੈਸਿਲਿਟੀਜ਼ ਵੀ ਤਾਂ ਮਿਲ ਰਹੀਆਂ। ਹਾਂ, ਉਹੀ ਵੀ ਕਾਰਪੋਰੇਟ ਵਾਲੀਆਂ ਹੀ ਫੈਸਿਲਿਟੀਜ਼ ਹਨ ਜਿਹੜੀਆਂ ਯੂ ਮੂਵ ਇਨ ਐਜ਼ ਅ ਪੇਸ਼ੈਂਟ ਐਂਡ ਯੂ ਕਮ ਆਊਟ ਐਜ਼ ਠੀਕ ਠਾਕ ਬੰਦਾ, ਹੈ ਨਾ। ਇਹ ਵਾਲਾ ਫਰਕ ਪੈਂਦਾ। ਡਾਕਟਰ ਸਾਹਿਬ, ਜਦੋਂ ਤੁਸੀਂ IMA ਦੀਆਂ ਮੀਟਿੰਗਸ ਕਰਦੇ ਹੋ, ਸਾਰੇ ਜਣੇ ਮਿਲਦੇ ਹੋ, ਤਾਂ ਉਸ ਵੇਲੇ ਤੁਸੀਂ ਸਾਰੇ ਕੀ ਡਿਸਕਸ ਕਰਦੇ ਹੋ? ਕੀ ਸਮੱਸਿਆਵਾਂ ਡਿਸਕਸ ਕਰਦੇ ਹੋ, ਲੋਕਾਂ ਦੀਆਂ ਵੀ ਆਪਣੀਆਂ ਵੀ? ਨਹੀਂ, ਇਕੱਲੀਆਂ ਸਮੱਸਿਆਵਾਂ ਨਹੀਂ। ਹਾਂਜੀ। IMA ਜਿਹੜਾ ਹੈਗਾ ਸਾਡਾ, ਇਹਦੇ ਵਿੱਚ ਐਕੈਡੈਮਿਕ ਮੀਟਸ ਹੁੰਦੀਆਂ ਜਿਹਦੇ ਵਿੱਚ ਡਿਫਰੈਂਟ ਟੌਪਿਕਸ 'ਤੇ ਅਸੀਂ ਕਰੰਟ ਕੀ ਐਡਵਾਂਸਮੈਂਟਸ ਹੈ ਉਹ ਵੀ ਡਿਸਕਸ ਕਰਦੇ ਹਾਂ। ਸੈਮੀਨਾਰਸ ਹੁੰਦੇ ਆ ਸਾਡੇ। ਜੇ ਕੋਈ ਸਾਨੂੰ ਪ੍ਰੋਬਲਮ ਹੈ ਤਾਂ ਉਹਦੇ ਮਤਲਬ ਰੈਲੀਜ਼ ਹੈ, ਮੀਟਿੰਗਸ ਹੈ, ਰਿਪਰੈਜ਼ੈਂਟੇਸ਼ਨ ਟੂ ਗਵਰਨਮੈਂਟ, ਪਲੱਸ ਜਿਵੇਂ ਮੀਟਿੰਗਸ ਹੁੰਦੀਆਂ ਡਿਸਟ੍ਰਿਕਟ ਲੈਵਲ 'ਤੇ, DC ਸਾਹਿਬ ਨੇ ਕਰਨੀ ਹੈ, ADC ਨੇ ਕਰਨੀ ਹੈ, ਜਾਂ ਕੋਈ ਹੋਰ ਜਾਂ ਸਿਵਲ ਸਰਜਨ ਨੇ ਕਰਨੀ ਹੈ, ਉਹਦੇ ਵਿੱਚ ਵੀ IMA ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ, ਕਿਉਂਕਿ IMA ਮੋਸਟਲੀ ਪ੍ਰਾਈਵੇਟ ਵਾਲੇ ਜਿਹੜੇ ਹੈ ਉਹਨਾਂ ਨੂੰ ਇਨਵੋਲਵ ਕਰਨ ਲਈ ਦੇ ਇਨਵੋਲਵ ਦੀ IMA ਬ੍ਰਾਂਚ। ਹਾਂ, ਡੈਫੀਨੇਟਲੀ, ਕਿਉਂਕਿ ਇਹਨਾਂ ਨੇ ਸਾਰਿਆਂ ਨੇ ਕੋਵਿਡ ਵੇਲੇ ਵੀ ਬਹੁਤ ਕੰਮ ਕੀਤਾ। ਜਦੋਂ IMA ਦੇ ਡਾਕਟਰਸ, ਯਾਨੀ ਪ੍ਰਾਈਵੇਟ ਡਾਕਟਰਸ ਆਈ ਮੀਨ ਟੂ ਸੇ, ਉਹ ਜਦੋਂ ਨਹੀਂ ਇਨਵੋਲਵ ਸੀਗੇ ਤਾਂ ਦੇ ਵਰ ਗਿਵਿੰਗ ਟੈਲੀਮੈਡੀਸਨ, ਤੁਸੀਂ ਫੋਨ ਕਰੋ, ਟੈਲੀ ਕਾਉਂਸਲਿੰਗ ਕਰ ਰਹੇ ਸੀਗੇ। ਉਹ IMA ਦਾ ਹੀ ਇਨੀਸ਼ੀਏਟਿਵ ਸੀਗਾ। ਅਸੀਂ ਆਪਣੇ ਨੰਬਰਸ ਦਿੱਤੇ ਹੋਏ ਸੀ ਵਲੰਟੀਅਰਲੀ ਵੀ, ਜੇ ਕਿਸੇ ਨੂੰ ਕੋਈ ਡਾਊਟ ਹੈ, ਕੁਝ ਪੁੱਛਣਾ ਚਾਹੁੰਦਾ, ਗਾਈਡੈਂਸ ਲੈਣੀ ਚਾਹੁੰਦਾ ਜੀ, ਤਾਂ ਟਾਈਮ ਸਲੋਟਸ ਦੇ ਕੇ ਹਰ ਸਪੈਸ਼ਲਿਟੀ ਦੇ ਵਿੱਚ ਅਸੀਂ ਫ਼ੋਨ ਨੰਬਰ ਪ੍ਰੋਵਾਈਡ ਕੀਤੇ ਸੀ ਜੀ। ਸੋ ਐਕੈਡੈਮਿਕਸ ਤੋਂ ਇਲਾਵਾ ਕਲਚਰਲ ਐਕਟੀਵਿਟੀਜ਼ ਵੀ ਕਰਦੇ ਹਾਂ ਅਸੀਂ। ਹਾਂ ਡਾਕਟਰ ਸਾਹਿਬ, ਤੁਸੀਂ ਬਹੁਤ ਅੱਛਾ ਗਾਉਂਦੇ ਵੀ ਹੋ, ਮੈਨੂੰ ਪਤਾ ਚੱਲਿਆ ਕਿ ਗਿਟਾਰਿਸਟ ਹੋ ਤੁਸੀਂ, ਯੂ ਆਰ ਅ ਸਿੰਗਰ। ਨਹੀਂ, ਗਿਟਾਰ ਤਾਂ ਮੈਂ ਪਹਿਲਾਂ ਮੈਡੀਕਲ ਕਾਲਜ 'ਚ ਵਜਾਉਂਦਾ ਸੀ, ਹੁਣ ਮੈਂ ਗਿਟਾਰ ਨਹੀਂ ਵਜਾਉਂਦਾ, ਬਸ ਆਈ ਲਾਈਕ ਟੂ ਸਿੰਗ। ਦੈਨ ਜਸਟ ਸਿੰਗ ਅ ਸੌਂਗ, ਛੋਟਾ ਜਿਹਾ ਗੀਤ। ਜੇ ਨਾ ਵਧੀਆ ਗਾਇਆ ਗਿਆ ਉਹਨੂੰ ਡਿਲੀਟ ਕਰ ਦਿਓ। ਠੀਕ ਹੈ, नो प्रॉब्लम। छू कर मेरे मन को किया तूने क्या इशारा, बदला ये मौसम लगे प्यारा जग सारा, छू कर मेरे मन को किया तूने क्या इशारा। ਡੈਟ ਵਾਜ਼ ਵੈਰੀ ਬਿਊਟੀਫੁਲ। ਸੱਚੀ ਗੱਲ ਹੈ, ਛੂਕਰ ਮਨ ਕੋ ਡਾਕਟਰਸ ਨੇ ਇਸ਼ਾਰਾ ਇਹ ਕੀਤਾ ਕਿ ਤੁਸੀਂ ਸਾਰੇ ਸਵਸਥ ਰਹੋ, ਖੁਸ਼ ਰਹੋ। ਅੱਜ ਦੇ ਦਿਨ ਲਈ ਡਾਕਟਰ ਸਾਹਿਬ, ਡਾਕਟਰ ਅਜਾਤ ਸ਼ਤਰੂ ਕਪੂਰ, ਜੋ ਕਿ ਪਲਾਸਟਿਕ ਸਰਜਨ ਨੇ ਪਟਿਆਲੇ ਦੇ ਉੱਗੇ, ਔਰ ਇਸ ਤੋਂ ਇਲਾਵਾ ਪਟਿਆਲਾ ਚੈਪਟਰ ਦੇ ਉਹ ਪ੍ਰੈਜ਼ੀਡੈਂਟ ਨੇ IMA ਦੇ, ਉਹਨਾਂ ਨਾਲ ਅਸੀਂ ਗੱਲ ਕਰ ਰਹੇ ਸੀ। ਤਾਂ ਡਾਕਟਰ ਸਾਹਿਬ, ਜਾਂਦੇ ਜਾਂਦੇ ਅੱਜ ਦੇ ਦਿਨ ਲਈ ਇੱਕ ਮੈਸੇਜ ਦੇ ਕੇ ਜਾਓ ਸਾਰੇ, ਬਿਸਾਈਡਸ ਇੰਜੋਏ ਆਰ ਡੇ। ਓਕੇ, ਨਹੀਂ, ਡਾਕਟਰ ਦੀ ਲਾਈਫ ਦੇ ਵਿੱਚ ਇੰਜੋਏਮੈਂਟ ਵਾਲਾ ਤਾਂ ਫੇਜ਼ ਜਿਹੜਾ ਹੈ ਲੱਭਣਾ ਪੈਂਦਾ ਹੈ, ਬਿਕੋਜ਼ ਜੇ ਤੁਸੀਂ ਇੰਜੋਏ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਤਾਂ ਬੈਕ ਆਫ ਮਾਈਂਡ ਕੋਈ ਨਾ ਕੋਈ ਪੇਸ਼ੈਂਟ, ਕੋਈ ਨਾ ਕੋਈ ਸਰਜਰੀ ਜਿਹੜੀ ਕਰਨੀ ਹੈ ਜਾਂ ਜਿਹੜੀ ਕੀਤੀ ਹੈ, ਕਰਨੀ ਹੈ ਸਰਜਰੀ, ਤਾਂ ਉਹਦੀ ਐਪਰੀਹੈਂਸ਼ਨ ਵੀ ਕੈਸਾ ਕੇਸ ਨਿਕਲੂਗਾ, ਕੋਈ ਦਿੱਕਤ ਤਾਂ ਨਹੀਂ ਆ ਜਾਊਗੀ, ਜਿਹੜੀ ਕੀਤੀ ਹੈ ਵੀ ਆ ਠੀਕ ਹੋ ਜਾਵੇ। ਸੋ ਐਂਗਜ਼ਾਈਟੀ ਲੈਵਲਸ ਬਹੁਤ ਜ਼ਿਆਦਾ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਸਫ਼ਰ ਬੜਾ ਲੰਬਾ ਹੈ ਅਤੇ ਮੁਸ਼ਕਿਲ ਵੀ ਹੈ। ਸੁਪਰ ਸਪੈਸ਼ਲਿਸਟ ਬਣਨ ਲਈ ਪਹਿਲਾਂ 5.5 ਸਾਲ MBBS ਦੇ, 3 ਸਾਲ MS ਦੇ, 3 ਸਾਲ MCH ਦੇ, ਉਹ ਵੀ ਜੇ ਆਪਾਂ ਕਹਿੰਦੇ ਜਿਹਨੂੰ ਕਹਿੰਦੇ ਪੰਜਾਬੀ 'ਚ ਬਿਨ ਬ੍ਰੇਕੀ ਚੱਲੀਏ, ਜੇ ਕਿਤੇ ਬ੍ਰੇਕ ਲੱਗ ਜਾਂਦੀ ਹੈ। 89 ਤੋਂ ਸ਼ੁਰੂ ਹੋਇਆ ਡਾਕਟਰ, ਤੁਸੀਂ ਕਿਹਾ ਮੈਂ 2000 'ਚ ਪਲਾਸਟਿਕ ਸਰਜਨ ਬਣਿਆ MCH ਕਰਕੇ। 2000 ਵਿੱਚ ਨਹੀਂ ਜੀ, ਮੈਂ 2007 ਦੇ ਵਿੱਚ ਪਲਾਸਟਿਕ ਸਰਜਨ ਬਣਿਆ, ਵਿੱਚ ਮੈਂ 5 ਸਾਲ ਗਵਰਨਮੈਂਟ ਸਰਵਿਸ ਵੀ ਕੀਤੀ ਹੈ ਜੀ। ਪਰ ਫਿਰ ਵੀ ਆਪਾਂ ਜੇ ਲਗਾਈਏ ਤਾਂ ਆਲਮੋਸਟ 11-12 ਸਾਲ ਦਾ ਟੈਨਿਓਰ ਹੈ ਜੇ ਤੁਸੀਂ ਸੁਪਰ ਸਪੈਸ਼ਲਿਸਟ ਬਣਨਾ ਚਾਹੁੰਦੇ ਹੋ, MBBS MS ਤੇ MCH ਜਾਂ MD ਤੇ DM ਕਰਨ ਨੂੰ। ਅਤੇ ਉਹ ਸਾਰਾ ਟਾਈਮ ਉਹਦੇ 'ਚ ਪੜ੍ਹਾਈ ਵੀ ਹੈ, ਵਰਕ ਪ੍ਰੈਸ਼ਰ ਵੀ ਹੈ। ਇਟਸ ਅ ਹਾਰਡ ਲਾਈਫ। ਇਟ ਇਜ਼ ਅ ਹਾਰਡ ਲਾਈਫ। ਪਰ ਦੇਖੋ, ਜਿਹੜਾ ਗੀਤ ਸੁਣਾ ਕੇ ਤੁਸੀਂ ਸਾਰਿਆਂ ਨੂੰ ਛੂਹਿਆ ਹੈ, ਸਾਰਿਆਂ ਦੇ ਮਨ ਨੂੰ, ਉਹ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਰੋਤਾ ਅੱਜ ਦਾ ਦਿਨ ਜਿਹੜਾ ਡਾਕਟਰ BC ਰੋਏ ਦਾ ਜਨਮ ਦਿਨ ਹੈ ਬੇਸਿਕਲੀ, ਉਸ ਨੂੰ ਇੰਜੋਏ ਕਰਨਗੇ ਔਰ ਇਹ ਦੇਖਣਗੇ ਕਿ ਕਿੰਨਾ ਐਫਰਟ ਹੋ ਰਿਹਾ ਰਿਸਰਚ ਦੇ ਪੱਖੋਂ ਵੀ। ਡਾਕਟਰਸ ਦੀ ਮਿਹਨਤ ਜਿਹੜੀ ਹੈ ਉਹਨੂੰ ਪੜ੍ਹਨ ਲਈ, ਰਿਸਰਚ ਉਹ ਸਾਡੇ ਲਈ ਤਾਂ ਕਰ ਰਹੇ ਨੇ ਕਿ ਮੈਂ ਆਪਣੇ ਪੇਸ਼ੈਂਟ ਨੂੰ ਠੀਕ ਕਰ ਲਾਂ, ਉਹ ਵਾਲੀ ਰਿਸਰਚ ਦੇ ਪੱਖੋਂ ਔਰ ਉਸ ਦੀ ਮਿਹਨਤ ਦੇ ਪੱਖੋਂ ਔਰ ਉਹਨਾਂ ਦੀ ਜਿਹੜੀ ਸ਼ੇਰ ਦਿਲੀ ਆ ਕਿ ਮੈਨੂੰ ਚਾਹੇ ਕਿੰਨਾ ਵੀ ਔਖਾ ਸਿਸਟਮ ਹੈ, ਕਿੰਨੇ ਵੀ ਔਖੇ ਤੁਹਾਡੇ ਸਰੀਰ 'ਚ ਕੰਪਲੀਕੇਸ਼ਨ ਹੈ, ਮੈਂ ਚਾਹੁੰਦਾ ਤੁਹਾਨੂੰ ਆਰਾਮ ਪਹੁੰਚੇ ਜੀ। ਅਤੇ ਡਾਕਟਰ ਸਾਹਿਬ, ਪ੍ਰੋਗਰਾਮ ਖ਼ਤਮ ਕਰਨ ਤੋਂ ਪਹਿਲਾਂ ਅੱਜ ਦੇ ਦਿਨ ਲਈ ਮੈਸੇਜ ਇਹੀ ਹੈ ਵੀ ਆਮ ਪਬਲਿਕ ਨੂੰ ਰਿਕੁਐਸਟ ਹੈ ਵੀ ਤੁਸੀਂ ਆਪਣਾ ਲਾਈਫ ਸਟਾਈਲ ਇੰਪਰੂਵ ਕਰੋ, ਰੈਗੂਲਰ ਐਕਸਰਸਾਈਜ਼ ਕਰੋ, ਡਾਈਟ ਦਾ ਖਿਆਲ ਰੱਖੋ ਤਾਂ ਕਿ ਡਾਕਟਰ ਦੀ ਲੋੜ ਹੀ ਨਾ ਪਵੇ। ਜੇ ਕੋਈ ਦਿੱਕਤ ਹੈ ਤਾਂ ਡੈਫੀਨੇਟਲੀ ਕਿਸੇ ਵੀ ਕੁਆਲੀਫਾਈਡ ਡਾਕਟਰ ਨੂੰ ਅਪਰੋਚ ਕੀਤਾ ਜਾਵੇ, ਇਸ ਤੋਂ ਪਹਿਲਾਂ ਕਿ ਗੱਲ ਹੱਥੋਂ ਨਿਕਲ ਜਾਵੇ।
ਕਈ ਵਾਰ ਆਪਾਂ ਛੋਟੀ ਬਿਮਾਰੀ ਸੋਚ ਕੇ ਉਹਨੂੰ ਲਟਕਾ ਲੈਂਦੇ ਹਾਂ ਅਤੇ ਜਦੋਂ ਕੰਮ ਵਿਗੜਦਾ ਹੈ ਫਿਰ ਡਾਕਟਰ ਕੋਲ ਪਹੁੰਚਦੇ ਹਾਂ ਤਾਂ ਫਿਰ ਜਿਹੜਾ ਹੈਗਾ ਜਦੋਂ ਨਹੀਂ ਰਿਜ਼ਲਟਸ ਮਿਲਦੇ ਤਾਂ ਜਿਵੇਂ ਆਪਾਂ ਗੱਲ ਕੀਤੀ ਹੈ ਫਿਰ ਰੋਸ਼ ਹੁੰਦਾ ਹੈ ਵੀ ਸਾਡਾ ਮਰੀਜ਼ ਕਿਉਂ ਨਹੀਂ ਠੀਕ ਹੋਇਆ ਜਦ ਕਿ ਬਿਗਨਿੰਗ ਤੋਂ ਅਣਗਹਿਲੀ ਹੋ ਰਹੀ ਸੀ। ਸੋ ਅੱਛਾ ਖਾਓ, ਆਪਣੀ ਐਕਸਰਸਾਈਜ਼ ਕਰੋ, ਖੁਸ਼ ਰਹੋ, ਤੰਦਰੁਸਤ ਰਹੋ। ਬਹੁਤ ਬਹੁਤ ਸ਼ੁਕਰੀਆ ਸਾਨੂੰ ਜੁਆਇਨ ਕਰਨ ਲਈ ਡਾਕਟਰ ਆਜ਼ਾਦ ਸ਼ਤਰੂ ਕਪੂਰ। ਬੜਾ ਅੱਛਾ ਲੱਗਿਆ। ਅੱਜ ਦੇ ਦਿਨ ਦੀਆਂ ਤੁਹਾਨੂੰ ਔਰ ਸਾਰੇ ਡਾਕਟਰਸ ਨੂੰ ਮੁਬਾਰਕਾਂ ਅਤੇ ਅਸੀਂ ਉਮੀਦ ਕਰਦੇ ਹਾਂ ਇੱਕ ਬਹੁਤ ਹੀ ਸਵਸਥ ਸੰਸਾਰ ਦੀ।